ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਤੋਂ ਹੈਰਾਨੀ ਦੀ ਗੱਲ ਹੈ ਕਿ ਇਸ ਬਜਟ ਦੇ ਵਿੱਚ ਪੰਜਾਬ ਦਾ ਕੋਈ ਜ਼ਿਕਰ ਹੀ ਹੈ ਨਹੀਂ। ਪ੍ਰਧਾਨ ਮੰਤਰੀ ਪੰਜਾਬ ਜਾਣਗੇ, ਪਰ ਪ੍ਰਧਾਨ ਮੰਤਰੀ ਦੇ ਜਾਣ ਦਾ ਖਰਚਾ ਵੀ ਸਾਨੂੰ ਪਊਗਾ। तो उधरों सानू गवांढी मुल्क वालों सिर्फ मौत आउंदी है, चाहे बुलेट दी गोलियां, चाहे ड्रग दी गोलियां। सर आखिरी ओवर च मौका मिले, 2 छक्के होर ला लैण दो जी, 2 छक्के होर ला लैण दो जी। भगवंत मान आम आदमी पार्टी का इकलौता संसद मैंबर, पर आम आदमी पार्टी का यह इकलौता संसद मैंबर ही संसद विच कईयां ते भारू पै रहा है अते लोग भी भगवंत मान की संसद विचली स्पीच सुनन दा इंतजार करते रहंदे ने। जी हाँ, भगवंत मान की एक होर अजिही स्पीच सामने आई है जिहड़ी कि हुण चर्चा का विषय बनन वाली है। इस बार भगवंत मान वालों संसद विच बजट सैशन ते भाषण दिता गया। भगवंत मान तो पहला जिहड़ी संसद मैंबर भाषण दे रही सी उसने भगवंत मान तो कुछ समा मंगिया अते भगवंत मान ने दरियादिली दिखाउंदे होए उन्हां नूं समा दे दिता ते फिर ਜਦੋਂ ਭਗਵੰਤ ਮਾਨ ਸ਼ੁਰੂ ਹੋਇਆ ਤਾਂ ਸਭ ਵੇਖਦੇ ਰਹਿ ਗਏ। ਗੱਲ ਕਿਸਾਨੀ ਤੋਂ ਸ਼ੁਰੂ ਹੋਈ। ਜੀ ਹਾਂ, ਸੰਸਦ ਵਿੱਚ ਭਗਵੰਤ ਮਾਨ ਨੇ ਕਿਸਾਨੀ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਪੰਜਾਬ ਦੇ ਕਿਸਾਨਾਂ ਲਈ ਸਰਕਾਰ ਨੇ ਦਿੱਤਾ ਕੀ। थैंक यू, बहुत बहुत धन्यवाद सभापति जी। मैं 2019 ਦੇ बजट ਤੇ बोल ਰਿਹਾ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਇਸ ਬਜਟ ਦੇ ਵਿੱਚ ਪੰਜਾਬ ਦਾ ਕੋਈ ਜ਼ਿਕਰ ਹੀ ਹੈ ਨਹੀਂ। ਸਾਡੀ ਖੇਤੀ ਤਬਾਹ ਹੋ ਗਈ। ਸਾਡੀ ਜਿਹੜੀ ਖੇਤੀ ਵਾਸਤੇ 4.99 ਬਜਟ 4.99% ਬਜਟ ਰੱਖਿਆ ਗਿਆ ਸਰ। ਸੋ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਆਤਮ ਹੱਤਿਆ ਕਰ ਰਿਹਾ ਹੈ। ਹੈਰਾਨੀ ਹੁੰਦੀ ਹੈ ਕਿ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ ਜਿਹੜਾ ਸਭ ਤੋਂ ਫਰਟਾਈਲ, ਸਭ ਤੋਂ ਉਪਜਾਊ ਧਰਤੀ ਦਾ ਮਾਲਕ ਹੈ। ਸਰ ਸਾਡਾ एक मिनट, ਭਗਵੰਤ ਮਾਨ ਕਿਸਾਨੀ ਬਾਰੇ ਬੋਲ ਹੀ ਰਹੇ ਸਨ ਕਿ ਵਿੱਚ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ। ਇਹ ਰੌਲਾ ਇਸ ਲਈ ਕਿਉਂਕਿ 8 ਵੱਜ ਚੁੱਕੇ ਸਨ ਅਤੇ 8 ਵਜੇ ਸਭਾ ਚੁੱਕੀ ਜਾਣੀ ਸੀ, ਪਰ ਸਪੀਕਰ ਨੇ ਭਗਵੰਤ ਮਾਨ ਦਾ ਭਾਸ਼ਣ ਵੇਖਦੇ ਹੋਏ ਕਿਹਾ ਕਿ ਸਭਾ ਦਾ ਸਮਾਂ ਕੁਝ ਵਧਾਇਆ ਜਾਂਦਾ ਹੈ ਤੇ ਭਗਵੰਤ ਮਾਨ ਨੂੰ ਫਿਰ ਤੋਂ ਬੋਲਣ ਦਾ मौका दिता गया। भगवंत मान जी के भाषण पूर्ण होने तक सदन को बढ़ा देते जी, तब तक के लिए जी सर बस। हाँ, स्पीकर वालों समा ਵਧਾਏ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਗੱਲ ਪਾਣੀਆਂ ਦੀ ਚੁੱਕ ਲਈ ਤੇ ਭਗਵੰਤ ਮਾਨ ਵੱਲੋਂ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਦੇ ਕੇ ਸਪੀਕਰ ਸਾਹਿਬ ਨੂੰ ਸਾਰੀ ਗੱਲਬਾਤ ਸਮਝਾਈ ਗਈ ਤੇ ਪਾਣੀਆਂ ਬਾਰੇ ਭਗਵੰਤ ਮਾਨ ਕੀ ਕੁਝ ਬੋਲੇ ਉਹ ਵੀ ਜ਼ਰਾ ਸੁਣ ਲਓ। सर साडा जिहड़ा पानी है धरती का पंजाब का वो बहुत लैवल उहदा थल्ले चला गया। आने वाले 10-15 दिनों च एक क्यास राइयां लाई जा रही ने, अंदाजे लाए जा रहे हैं कि इसी मारूसाल हो जाऊगा, डेजर्ट बन जाऊगा। सो पवन गुरु बाणी च लिखिया, पवन गुरु पानी पिता माता धरत महत। पवन हवा, पवन नू जिहड़ी हवा नू गुरु का दर्जा, पानी नू पिता का दर्जा, धरती नू माता का दर्जा। पर बदकिस्मती नाल असीं ये तीनों दर्जे कायम नहीं रख सके। साडी हवा जहरीली हो गई, साडी धरती जिहड़ी ਉਹ ਜ਼ਹਿਰੀਲੀ ਹੋ ਗਈ ਰਸਾਇਣਿਕ ਖਾਦਾਂ ਨਾਲ, ਸਾਡਾ ਪਾਣੀ ਪੀਣ ਯੋਗ ਨਹੀਂ ਰਿਹਾ। ਪਾਣੀਆਂ ਦੀ ਗੱਲ ਮੁੱਕਦੇ ਸਾਰ ਭਗਵੰਤ ਮਾਨ ਆ ਗਏ ਫਿਰ ਬਜਟ ਸੈਸ਼ਨ ਤੇ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਗੁਰੂ ਨਹੀਂ ਨੇ, ਉਹ ਜਗਤ ਗੁਰੂ ਨੇ ਅਤੇ ਜਗਤ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ਦੇ ਲਈ ਕੇਂਦਰ ਦੀ ਸਰਕਾਰ ਨੇ ਬਜਟ ਸੈਸ਼ਨ ਦੌਰਾਨ 1 ਰੁਪਈਆ ਨਹੀਂ ਦਿੱਤਾ। ਹਾਲਾਂਕਿ ਭਗਵੰਤ ਮਾਨ ਨੇ ਨਾਲੇ ਵੀ ਕਹਿ ਦਿੱਤਾ ਕਿ ਸਿੱਖ ਕਿਸੇ ਦੇ ਮੁਹਤਾਜ ਨਹੀਂ ਨੇ ਤੇ ਨਾ ਹੀ ਕਿਸੇ ਅੱਗੇ ਝੋਲੀ ਅੜਦੇ ਨੇ, ਪਰ ਇਸ ਦੇ ਨਾਲ ਸਰਕਾਰ ਦੀ ਮਨਸ਼ਾ ਕੀ ਹੈ ਉਹ ਸਪਸ਼ਟ ਹੋ ਜਾਂਦੀ ਹੈ। ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਜਾਣਗੇ ਤਾਂ ਕਿ ਫਿਰ ਉਹ ਸਿੱਖਾਂ ਦੇ ਪੈਸੇ ਨਾਲ ਇਹ ਯਾਤਰਾ ਕਰਨਗੇ। ਔਰ ਹੋਰ ਜ਼ਿਆਦਾ ਦੁਖਦਾਇਕ ਗੱਲ ਇਹ ਹੈ, ਇਸ ਵਾਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਵੰਬਰ ਦੇ ਵਿੱਚ 550ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਉਹਦੇ ਵਾਸਤੇ 1 ਰੁਪਈਆ ਵੀ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ। ਜਿਹੜੇ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਕਿਸੇ ਇੱਕ ਸਮੁਦਾਇ ਦੇ ਜਾਂ ਸਿੱਖਾਂ ਦੇ ਗੁਰੂ ਨਹੀਂ ਸੀ, ਉਹ ਜਗਤ ਗੁਰੂ ਸੀ। ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਉਹਨਾਂ ਨੇ ਲਿਖੀ ਹੈ। ਪ੍ਰਧਾਨ ਮੰਤਰੀ ਉੱਥੇ ਜਾਣਗੇ, ਪ੍ਰਧਾਨ ਮੰਤਰੀ ਪੰਜਾਬ ਜਾਣਗੇ, ਪਰ ਪ੍ਰਧਾਨ ਮੰਤਰੀ ਦੇ ਜਾਣ ਦਾ ਖਰਚਾ ਵੀ ਸਾਨੂੰ ਪਊਗਾ। ਹਾਲਾਂਕਿ ਨਾਨਕ ਲੇਵਾ ਜਿਹੜੇ ਨਾਨਕ ਲੇਵਾ ਨੇ ਉਹ ਇਸ ਚੀਜ਼ ਦੇ ਮੁਹਤਾਜ ਨਹੀਂ ਹੈਗੇ ਕਿ ਅਸੀਂ ਕੁਝ ਮੰਗੀਏ। ਹਾਲਾਂਕਿ ਜਿਹੜਾ ਅਸੀਂ ਸਦੀਆਂ ਤੋਂ ਲੰਗਰ ਲਾ ਕੇ ਬਿਨਾਂ ਕਿਸੇ ਭੇਦਭਾਵ ਤੋਂ ਅਸੀਂ ਖਾਣਾ ਖਿਲਾ ਰਹੇ ਹਾਂ, ਲੰਗਰ ਲਾ ਕੇ ਪੂਰੀ ਦੁਨੀਆ 'ਚ।
ਇੰਨਾ ਹੀ ਨਹੀਂ, ਜਦੋਂ ਭਗਵੰਤ ਮਾਨ ਨੂੰ ਸਪੀਕਰ ਸਾਹਿਬ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਗਵੰਤ ਮਾਨ ਨੇ ਕਿਹਾ ਕਿ ਸਰ ਹੁਣ ਤਾਂ ਆਖਰੀ ਓਵਰ ਹੈ, 2 ਛੱਕੇ ਹੋਰ ਜੜ ਲੈਣ ਦਿਓ। ਤੇ ਉਹ ਕਿਹੜੇ ਛੱਕੇ ਸਨ ਤੁਸੀਂ ਖੁਦ ਸੁਣੋ। ਸੋ ਸਰ ਇੱਕ ਤਾਂ ਇਹਦੇ ਬਾਰੇ ਮੈਂ ਗੱਲ ਕਰਨੀ ਚਾਹੂੰਗਾ। ਦੂਜਾ, ਸਾਡਾ ਪੰਜਾਬ ਦਾ ਜਿਹੜਾ ਬਾਰਡਰ ਹੈ 531 ਕਿਲੋਮੀਟਰ ਗਵਾਂਢੀ ਮੁਲਕ ਨਾਲ ਲੱਗਦਾ ਹੈ। 5 ਏਕੜ ਦਾ ਜਿਹੜੀ ਪੱਟੀ ਹੈ ਉਹ ਸਾਥੋਂ ਲਈ ਹੋਈ ਹੈ, ਯਾਨੀ ਕਿ ਲਗਭਗ 2600 ਏਕੜ ਸਾਡੀ ਜ਼ਮੀਨ ਲਈ ਹੋਈ ਹੈ। ਸੋ ਉਧਰੋਂ ਸਾਨੂੰ ਗਵਾਂਢੀ ਮੁਲਕ ਵੱਲੋਂ ਸਿਰਫ ਮੌਤ ਆਉਂਦੀ ਹੈ, ਚਾਹੇ ਬੁਲਟ ਦੀਆਂ ਗੋਲੀਆਂ, ਚਾਹੇ ਡਰੱਗ ਦੀਆਂ ਗੋਲੀਆਂ। ਸੋ ਸਾਨੂੰ ਕਿਸੇ ਸਪੈਸ਼ਲ ਜ਼ੋਨ ਦੇ ਵਿੱਚ ਲਿਆ ਜਾਵੇ। ਨੰਬਰ 2 ਤੇ ਅਖੀਰ ਦੇ ਵਿੱਚ ਮੈਂ ਸਰ ਆਖਰੀ ਓਵਰ 'ਚ ਮੌਕਾ ਮਿਲੇ 2 ਛੱਕੇ ਹੋਰ ਲਾ ਲੈਣ ਦਿਓ ਜੀ। ਸੋ ਗੱਲ ਇਹ ਹੈ, ਸਿੰਚਾਈ ਵਾਸਤੇ 3500 ਕਰੋੜ ਰੁਪਈਆ, ਸਿੰਚਾਈ ਵਾਸਤੇ ਪੂਰੇ ਦੇਸ਼ ਵਾਸਤੇ 3500 ਕਰੋੜ ਰੁਪਇਆ ਰੱਖਿਆ, ਸਿਰਫ 1.5% ਪੰਜਾਬ ਨੂੰ ਆਜੂਗਾ 45-47 ਕਰੋੜ ਰੁਪਇਆ। ਸਰ ਸਾਡੀਆਂ ਨਦੀਆਂ, ਨਹਿਰਾਂ, ਸਾਡੇ ਨਾਲਿਆਂ ਨੂੰ ਜੇ ਤੁਸੀਂ ਬੋਰ ਕਰਕੇ ਰੀਚਾਰਜ ਕਰ ਦੋਗੇ ਤਾਂ ਸਾਡੇ ਪੰਜਾਬ ਦਾ ਪਾਣੀ ਬਚ ਜਾਊਗਾ। ਜਿਸ ਸੂਬੇ ਦਾ ਨਾਮ ਪਾਣੀਆਂ ਤੇ ਹੈ ਉਹ ਸੂਬਾ ਪਾਣੀ ਨੂੰ ਤਰਸ ਰਿਹਾ ਹੈ। ਆਖਰ ਦੇ ਵਿੱਚ ਮੈਂ ਕਹਿਣਾ ਚਾਹੂੰਗਾ ਕਿ ਸਾਡੇ ਕੋਲੇ ਫੂਡ ਪ੍ਰੋਸੈਸਿੰਗ ਮਿਨਿਸਟਰ ਹੈਗੀ ਹਰਸਿਮਰਤ ਕੌਰ, ਪਰ ਫੂਡ ਪ੍ਰੋਸੈਸਿੰਗ ਹੈ ਨਹੀਂ ਸਾਡੇ ਕੋਲੇ। ਜੇ ਫੂਡ ਪ੍ਰੋਸੈਸਿੰਗ ਸਾਡੇ ਕੋਲ ਇੰਡਸਟਰੀ ਆ ਜਾਏ, ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜਾਊਗਾ। ਤੁਸੀਂ ਮੈਨੂੰ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।